आई एम निर्मल सिंह, ਲੈਕਚਰਰ ਕੈਮਿਸਟਰੀ। ਪਿਆਰੇ ਵਿਦਿਆਰਥੀਓ, ਪਹਿਲੇ ਸਮੈਸਟਰ ਦੇ ਵਿੱਚ ਆਪਾਂ ਅਪਲਾਈਡ ਕੈਮਿਸਟਰੀ 1 ਪੜ੍ਹਾਂਗੇ। ਅਪਲਾਈਡ ਕੈਮਿਸਟਰੀ 1 ਦਾ ਜੋ ਸਿਲੇਬਸ ਹੈ, ਬੇਸਿਕ ਕੰਸੈਪਟ ਆਫ ਕੈਮਿਸਟਰੀ, ਐਟੋਮਿਕ ਸਟਰਕਚਰ, ਪੀਰੀਓਡਿਕ ਟੇਬਲ, ਸੋਲਿਊਸ਼ਨਸ, ਵਾਟਰ, ਇਲੈਕਟ੍ਰੋਕੈਮਿਸਟਰੀ, ਆਰਗੈਨਿਕ ਕੈਮਿਸਟਰੀ। ਇਸ ਤੋਂ ਇਲਾਵਾ ਪ੍ਰੈਕਟੀਕਲ ਵੀ ਕਰਾਂਗੇ। ਬੇਸਿਕ ਕੰਸੈਪਟਸ ਆਫ ਕੈਮਿਸਟਰੀ। Chemistry branch of science which deals with the study of composition, structure and properties of matter and change of matter under different conditions। मतलब chemistry एक ब्रांच है साइंस की ਜਿਹੜੀ ਕਿ ਕਿਸੇ ਵੀ ਸਬਸਟੈਂਸ ਦੀ ਜਾਂ ਮੈਟਰ ਦੀ ਕੰਪੋਜੀਸ਼ਨ, ਸਟਰਕਚਰ ਅਤੇ ਉਸ ਦੀਆਂ ਗੁਣਾਂ ਬਾਰੇ ਗੱਲ ਕਰਦੀ ਹੈ। ਮੈਟਰ ਐਨੀਥਿੰਗ that has mass and occupy space are called matter। मतलब ਕੋਈ ਵੀ ਚੀਜ਼ ਜਿਸ ਦਾ ਮਾਸ ਹੁੰਦਾ ਹੈ ਅਤੇ ਜਗ੍ਹਾ ਘੇਰਦੀ ਹੈ, ਉਸ ਨੂੰ ਆਪਾਂ ਮੈਟਰ ਆਖਦੇ ਹਾਂ। ਐਗਜ਼ਾਮਪਲਸ ਗੋਲਡ, ਸੋਡੀਅਮ ਕਲੋਰਾਈਡ, ਮਿਲਕ। ਇਸ ਤੋਂ ਇਲਾਵਾ ਜੇ ਅਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੀਏ, ਕੋਈ ਵੀ ਵਸਤੂ ਜਾਂ ਪਦਾਰਥ ਜੋ ਜਗ੍ਹਾ ਘੇਰਦਾ ਹੈ ਅਤੇ ਉਸ ਦਾ ਭਾਰ ਹੈ, ਉਸ ਨੂੰ ਆਪਾਂ ਮੈਟਰ ਆਖਦੇ ਹਾਂ। ਹੁਣ ਆਪਾਂ ਮੈਟਰ ਦੀ ਕਲਾਸੀਫਿਕੇਸ਼ਨ ਬਾਰੇ ਗੱਲ ਕਰਾਂਗੇ। ਮੈਟਰ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਫਿਜ਼ੀਕਲ ਕਲਾਸੀਫਿਕੇਸ਼ਨ ਅਤੇ ਕੈਮੀਕਲ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਆਪਾਂ ਫਿਜ਼ੀਕਲ ਕਲਾਸੀਫਿਕੇਸ਼ਨ ਬਾਰੇ ਪੜ੍ਹਾਂਗੇ। ਫਿਜ਼ੀਕਲ ਕਲਾਸੀਫਿਕੇਸ਼ਨ ਇਜ਼ based on state of aggregation of constituent particles। मतलब ਫਿਜ਼ੀਕਲ ਕਲਾਸੀਫਿਕੇਸ਼ਨ ਮੈਟਰ ਦੀ ਜਿਹੜੀ ਕੀਤੀ ਜਾਂਦੀ ਹੈ, ਉਹ ਉਹਦੇ ਕੰਸਟੀਟਿਊਐਂਟ ਪਾਰਟੀਕਲ ਦੇ ਐਗਰੀਗੇਸ਼ਨ ਦੇ ਬੇਸ 'ਤੇ ਕੀਤੀ ਜਾਂਦੀ ਹੈ। ਮਤਲਬ ਕਿਸੇ ਵੀ ਮੈਟਰ ਦੇ ਵਿੱਚ ਜੋ ਪਾਰਟੀਕਲ ਹਨ, ਉਹ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਜੁੜੇ ਹੋਏ ਹਨ। ਫਿਜ਼ੀਕਲ ਕਲਾਸੀਫਿਕੇਸ਼ਨ ਦੇ ਆਧਾਰ 'ਤੇ ਮੈਟਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਸੋਲਿਡਸ, ਲਿਕੁਇਡਸ ਅਤੇ ਗੈਸ। ਮਤਲਬ ਠੋਸ, ਤਰਲ ਅਤੇ ਗੈਸ। ठोस मतलब solids have definite volume and definite shape। मतलब ਜੋ ਠੋਸ ਹੁੰਦੇ ਹਨ, ਉਹਨਾਂ ਦਾ ਆਇਤਨ ਅਤੇ ਆਕਾਰ ਨਿਸ਼ਚਿਤ ਹੁੰਦਾ ਹੈ। ਮਤਲਬ ਉਹਨਾਂ ਦੇ ਆਇਤਨ ਅਤੇ ਸ਼ੇਪ ਨੂੰ ਕਿਸੇ ਵੀ ਐਕਸਟਰਨਲ ਫੋਰਸ ਦੇ ਨਾਲ ਚੇਂਜ ਨਹੀਂ ਕੀਤਾ ਜਾ ਸਕਦਾ। ਐਗਜ਼ਾਮਪਲਸ ਸ਼ੂਗਰ, ਆਇਰਨ, ਗੋਲਡ, ਵੁੱਡ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਬ੍ਰਿਕ, ਇੱਟ, ਸਟੋਨ, ਮੈਟਲਸ, ਇਹ ਵੀ ਸੋਲਿਡਸ ਦੀਆਂ ਉਦਾਹਰਨਾਂ ਹਨ। ਲਿਕੁਇਡਸ ਹੈਵ ਡੈਫੀਨਿਟ ਵੋਲੀਅਮ ਬਟ ਨਾਟ ਡੈਫੀਨਿਟ ਸ਼ੇਪ। ਇਸ ਦਾ ਮਤਲਬ ਹੈ ਜੋ ਲਿਕੁਇਡ ਹੁੰਦੇ ਹਨ
ਉਹਨਾਂ ਦਾ ਆਇਤਨ ਨਿਸ਼ਚਿਤ ਹੁੰਦਾ ਹੈ ਪਰ ਆਕਾਰ ਨਿਸ਼ਚਿਤ ਨਹੀਂ ਹੁੰਦਾ, ਕਿਉਂਕਿ ਲਿਕੁਇਡ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਭਰਿਆ ਜਾਂਦਾ ਹੈ ਉਹ ਉਸ ਦਾ ਆਕਾਰ ਗ੍ਰਹਿਣ ਕਰ ਲੈਂਦੇ ਹਨ, ਪਰ ਇਹਨਾਂ ਦਾ ਜੋ ਵੋਲੀਅਮ ਹੈ ਮਤਲਬ ਆਇਤਨ ਹੈ ਉਹ ਕੀ ਹੈ, ਚੇਂਜ ਨਹੀਂ ਹੁੰਦਾ। ਐਗਜ਼ਾਮਪਲਸ ਵਾਟਰ, ਮਿਲਕ, ਆਇਲਸ, ਕੋਲਡ ਡਰਿੰਕ, ਇਸ ਤੋਂ ਇਲਾਵਾ ਲਿਕੁਇਡਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਲਿਕੁਇਡ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਫਿਲ ਕੀਤਾ ਜਾਂਦਾ ਹੈ ਇਹ ਉਸੇ ਦੀ ਸ਼ੇਪ ਗ੍ਰਹਿਣ ਕਰ ਲੈਂਦੇ ਹਨ, ਪਰ ਜਿਹੜਾ ਇਹਨਾਂ ਦਾ ਆਇਤਨ ਹੈ ਉਹ ਆਕਾਰ ਚੇਂਜ ਹੋਣ ਦੇ ਨਾਲ ਚੇਂਜ ਨਹੀਂ ਹੁੰਦਾ। ਗੈਸਿਸ ਨਾਈਦਰ ਡੈਫੀਨਿਟ ਵੋਲੀਅਮ ਨੋਰ ਡੈਫੀਨਿਟ ਸ਼ੇਪ, ਮਤਲਬ ਗੈਸਾਂ ਦਾ ਨਾ ਹੀ ਤਾਂ ਵੋਲੀਅਮ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਆਕਾਰ। ਗੈਸਾਂ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਪਾਇਆ ਜਾਂਦਾ ਹੈ ਉਸ ਦਾ ਆਕਾਰ ਅਤੇ ਉਸ ਦਾ ਵੋਲੀਅਮ ਧਾਰਨ ਕਰ ਲੈਂਦੇ ਹਨ। ਇੱਕ ਉਦਾਹਰਨ ਦੇ ਤੌਰ 'ਤੇ ਅਸੀਂ ਦੇਖੀਏ, ਜੇ ਅਸੀਂ ਕਿਸੇ ਵੀ ਗੈਸ ਨੂੰ ਇੱਕ ਛੋਟੇ ਕੰਟੇਨਰ ਦੇ ਵਿੱਚ ਬੰਦ ਕਰ ਲਈਏ ਤਾਂ ਉਸ ਦਾ ਆਕਾਰ ਉਸ ਦੇ ਵਰਗਾ ਹੋ ਜਾਏਗਾ, ਕੰਟੇਨਰ ਦੇ ਵਰਗਾ ਹੋ ਜਾਏਗਾ ਅਤੇ ਉਸ ਦਾ ਵੋਲੀਅਮ ਵੀ ਕੰਟੇਨਰ ਦੇ ਵੋਲੀਅਮ ਦੇ ਬਰਾਬਰ ਹੋਏਗਾ। ਪਰੰਤੂ ਜੇ ਉਸੇ ਕੰਟੇਨਰ ਨੂੰ ਅਸੀਂ ਕਿਸੇ ਰੂਮ ਦੇ ਵਿੱਚ ਖੋਲ੍ਹ ਦਿੱਤਾ ਜਾਵੇ ਤਾਂ ਉਹ ਗੈਸ ਉਸ ਰੂਮ ਦਾ ਆਕਾਰ ਗ੍ਰਹਿਣ ਕਰ ਲਏਗੀ ਅਤੇ ਉਸ ਗੈਸ ਦਾ ਜਿਹੜਾ ਵੋਲੀਅਮ ਹੋਏਗਾ ਉਹ ਹੁਣ ਰੂਮ ਦੇ ਵੋਲੀਅਮ ਦੇ ਬਰਾਬਰ ਹੋਵੇਗਾ। ਮਤਲਬ ਗੈਸਾਂ ਦਾ ਨਾ ਹੀ ਆਕਾਰ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਵੋਲੀਅਮ, ਕਿਉਂਕਿ ਇਸ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਭਰਿਆ ਜਾਂਦਾ ਹੈ ਇਹ ਉਸ ਦਾ ਆਕਾਰ ਵੀ ਗ੍ਰਹਿਣ ਕਰ ਲੈਂਦੀਆਂ ਹਨ ਅਤੇ ਇਸ ਦਾ ਵੋਲੀਅਮ ਉਸੇ ਕੰਟੇਨਰ ਦੇ ਵੋਲੀਅਮ ਦੇ ਬਰਾਬਰ ਹੋ ਜਾਂਦਾ ਹੈ। सॉलिड, लिक्विड, गैस। तो सॉलिड, लिक्विड ਅਤੇ गैस ਇਹ ਕਿਸੇ ਵੀ ਸਬਸਟੈਂਸ ਦੀ ਫਿਜ਼ੀਕਲ ਸਟੇਟ ਹੈ। ਟੈਂਪਰੇਚਰ ਮਤਲਬ ਕਿ ਤਾਪਮਾਨ ਬਦਲਣ 'ਤੇ ਜਾਂ ਉਸ ਦੀ ਕੰਡੀਸ਼ਨ ਚੇਂਜ ਕਰਨ 'ਤੇ ਕਿਸੇ ਵੀ ਸਬਸਟੈਂਸ ਦੀ ਫਿਜ਼ੀਕਲ ਸਟੇਟ ਨੂੰ ਬਦਲਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਵਾਟਰ ਆਪਾਂ ਨੂੰ ਤਿੰਨਾਂ ਰੂਪ ਦੇ ਵਿੱਚ ਮਿਲਦਾ ਹੈ। ਵਾਟਰ ਸੋਲਿਡ ਦੇ ਰੂਪ ਵਿੱਚ ਵੀ ਮਿਲਦਾ ਹੈ, ਲਿਕੁਇਡਸ ਦੇ ਰੂਪ ਵਿੱਚ ਵੀ ਮਿਲਦਾ ਹੈ ਅਤੇ ਗੈਸਿਸ ਦੇ ਰੂਪ ਵਿੱਚ ਵੀ ਮਿਲਦਾ ਹੈ। ਜੇਕਰ ਅਸੀਂ ਪਾਣੀ ਦਾ ਤਾਪਮਾਨ 0 ਡਿਗਰੀ ਸੈਲਸੀਅਸ ਕਰ ਦਿੱਤਾ ਜਾਵੇ ਤਾਂ ਜੋ ਵਾਟਰ ਹੈ ਉਹ ਆਪਾਂ ਨੂੰ ਸੋਲਿਡ ਦੀ ਸਟੇਟ ਵਿੱਚ ਮਿਲੇਗਾ। ਜੇਕਰ ਪਾਣੀ ਦਾ ਤਾਪਮਾਨ 0 ਤੋਂ ਵਧਾ ਦਿੱਤਾ ਜਾਵੇ ਤਾਂ ਜੋ ਵਾਟਰ ਹੈ ਉਹ ਆਪਣੀ ਫਿਜ਼ੀਕਲੀ ਸਟੇਟ ਚੇਂਜ ਕਰ ਲੈਂਦਾ ਹੈ, ਉਹ ਸੋਲਿਡ ਤੋਂ ਲਿਕੁਇਡ ਦੇ ਵਿੱਚ ਬਦਲ ਜਾਂਦਾ ਹੈ। ਹੁਣ ਜੇ ਲਿਕੁਇਡ ਵਾਟਰ ਦਾ ਤਾਪਮਾਨ 100 ਡਿਗਰੀ ਤੱਕ ਕਰ ਦਿੱਤਾ ਜਾਵੇ ਤਾਂ ਉਹ
ਵਾਟਰ ਆਪਣੀ ਫਿਜ਼ੀਕਲ ਸਟੇਟ ਬਦਲ ਲੈਂਦਾ ਹੈ, ਉਹ ਲਿਕੁਇਡ ਸਟੇਟ ਦੇ ਵਿੱਚ ਤੋਂ ਗੈਸਿਸ ਸਟੇਟ ਦੇ ਵਿੱਚ ਬਦਲ ਜਾਂਦਾ ਹੈ। ਮਤਲਬ ਤਾਪਮਾਨ ਚੇਂਜ ਕਰਨ ਦੇ ਨਾਲ ਪਾਣੀ ਨੂੰ ਤਿੰਨਾਂ ਸਟੇਟਾਂ ਦੇ ਵਿੱਚ ਬਦਲਿਆ ਜਾ ਸਕਦਾ ਹੈ। ਜੇ ਪਾਣੀ ਦਾ ਤਾਪਮਾਨ 0 ਡਿਗਰੀ ਹੈ ਤਾਂ ਉਹ ਸੋਲਿਡ ਸਟੇਟ ਹੁੰਦੀ ਹੈ। ਜੇ ਪਾਣੀ ਦਾ ਤਾਪਮਾਨ 0 ਤੋਂ ਜ਼ਿਆਦਾ 100 ਤੋਂ ਘੱਟ ਹੋਵੇ ਤਾਂ ਉਹ ਲਿਕੁਇਡ ਸਟੇਟ ਦੇ ਵਿੱਚ ਪਾਇਆ ਜਾਂਦਾ ਹੈ। ਅਤੇ ਜੇ ਪਾਣੀ ਦਾ ਤਾਪਮਾਨ 100 ਡਿਗਰੀ ਜਾਂ ਇਸ ਤੋਂ ਜ਼ਿਆਦਾ ਹੋਵੇ ਤਾਂ ਉਹ ਆਪਾਂ ਨੂੰ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ, ਮਤਲਬ ਆਪਾਂ ਨੂੰ ਗੈਸਿਸ ਸਟੇਟ ਦੇ ਵਿੱਚ ਪਾਇਆ ਜਾਂਦਾ ਹੈ। ਕੈਮੀਕਲ ਕਲਾਸੀਫਿਕੇਸ਼ਨ ਆਫ ਮੈਟਰ। Chemical classification on the basis of chemical composition, मतलब मैटर नूं कैमिकली क्लासीफाई जो किया जाता है वो मैटर की कंपोजिशन मतलब रचना के आधार पर किया जाता है। कैमिकली मैटर नूं दो हिस्सों के विच वंडिया गया है, एक प्योर सबसटेंस, दूसरा मिक्सचर। प्योर सबसटेंस किसी भी मैटर नूं प्योर सबसटेंस उदों आख्या जाता है जदों कि वो एक ही तरह के पार्टिकल तो मिल के बनया होवे। दो सबस्टेंस contains only one type of particles, these are called pure substance। प्योर सबसटेंस नूं अगे फिर दो भागां विच वंडिया गया है, एलीमेंट्स, कंपाउंड। एलिमेंट्स एलिमेंट is a simple form of pure substance which neither be created nor be destroyed by simple physical or chemical methods। मतलब एलीमेंट प्योर सबसटेंस की सब तो ਸਿੰਪਲੈਸਟ ਫॉर्म है, ਜਿਹੜੀ ਕਿ ਨਾ ਤਾਂ ਸਿੰਪਲ ਤਰੀਕੇ ਨਾਲ ਬਣਾਈ ਜਾ ਸਕਦੀ ਅਤੇ ਨਾ ਹੀ ਇਸ ਨੂੰ ਸਿੰਪਲ ਤਰੀਕੇ ਦੇ ਨਾਲ ਤੋੜਿਆ ਜਾ ਸਕਦਾ। ਉਦਾਹਰਨ ਦੇ ਤੌਰ ਤੇ ਹਾਈਡਰੋਜਨ, ਆਕਸੀਜਨ, नाइट्रोजन, एल्यूमीनियम। हुण तक लगभग कुल 118 एलीमेंट्स हैं। एलीमेंट्स नूं तीन भागां दे विच वंडिया गया। मैटल्स, मेटल्स मतलब अताता। मेटल्स आर ब्राइट, लस्टर्स, गुड कंडक्टर्स ऑफ हीट एंड इलेक्ट्रिसिटी, मालेबल एंड डक्टाइल। मतलब जो धातां हन चमकदार, ताप अते बिजली दियां चालक, कुट्टणयोग अते खिच्चणयोग हुंदियां। उदाहरण के तौर ते
गोल्ड, कापर, एलूमीनीयम, आयरन, इस तो इलावा बहुत सारिया होर भी मैटल्स होंदियां। तुहाडे सामने एक पिक्चर दिखाई गई है, उस दे विच देखो सब तो पहले गोल्ड है, दूसरी कॉपर है अते एलूमीनियम फॉयल। नॉन मैटल्स, नॉन मैटल है जो वो मैटल के बिल्कुल ओपोजिट होंदियां ने। नॉन मैटल डज नॉट पोसैस लस्टर, पुअर कंडक्टर ऑफ हीट एंड इलैक्ट्रिसिटी, नाइदर मालेबल नॉर डक्टाइल। मतलब अताता बिजली अते ताप दियां बहुत वधिया चालक नहीं होंदियां, ना ही इन्हां नूं कुट्टिया जा सकदा अते ना ही इन्हां नूं खिंचिया जा सकदा। उदाहरण के तौर ते कार्बन, ऑक्सीजन, ब्रोमीन, फ्लोरीन, नाइट्रोजन। मेटल वर्स which have properties of both metals and non metals। मतलब वो एलीमेंट जिन्हां दियां प्रॉपर्टीज़ ना तो मैटल कुछ प्रॉपर्टी मैटल्स नाल अते कुछ प्रॉपर्टीज़ नॉन मैटल दे नाल मैच करदियां होण, उन्हां नूं आपां मैटलॉइड्स बोलते हैं। उदाहरण के तौर पे आर्सेनिक, बिस्मथ, एंटीमनी। नेक्स्ट है कंपाउंड। ए प्योर सब्सटेंस containing two or more elements combined together in fixed ratio by weight are called compound। मतलब कोई भी प्योर सब्सटेंस जो कि दो ਜਾਂ दो तो ਵੱਧ प्योर सब्सटेंस कंबाइन करके कंपाउंड दो ਜਾਂ दो तो ਵੱਧ एलीमेंट कंबाइन करते हैं बाय फिक्स रेशो बाय मास आर कॉल्ड कंपाउंड। उदाहरण के तौर पे CO2 कार्बन डाइऑक्साइड, कार्बन एटॉमिक मास 12, ऑक्सीजन एटॉमिक मास 16। जेकर आपां कार्बन अते ऑक्सीजन के मास की रेशो लईए, कार्बन का मास 12, ऑक्सीजन का मास दो एटम्स का 32, 12:32 मतलब 3:8। जे 3 ग्राम कार्बन ते 8 ऑक्सीजन कंबाइन करते हैं तो हमेशा ही कार्बन डाइऑक्साइड कंपाउंड बनता। कार्बन डाइऑक्साइड किसी भी सोर्स तो मिले उस दे विच कार्बन टू ऑक्सीजन रेशो बाय
मास हमेशा ही 3:8 होगी। इट डजन मैटर भी ऑक्सीजन इट डजन मैटर भी कार्बन डाइऑक्साइड किस सोर्स तो मिलती है। कंपाउंड नूं दो पार्ट दे विच डिवाइड किया गया है, ऑर्गेनिक कंपाउंड ते इनऑर्गेनिक कंपाउंड। ऑर्गेनिक कंपाउंड्स, द कंपाउंड्स which are obtained from animals and plants are called organic compounds। ਉਹ ਕੰਪਾਊਂਡ ਜਿਹੜੇ ਕਿ ਜਾਨਵਰਾਂ ਅਤੇ ਪੌਦਿਆਂ ਤੋਂ ਮਿਲਦੇ ਹਨ, ਉਹਨਾਂ ਕੰਪਾਊਂਡਸ ਨੂੰ ਆਪਾਂ ਆਰਗੈਨਿਕ ਕੰਪਾਊਂਡ ਆਖਦੇ ਹਾਂ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹੜੇ ਵੀ ਕੰਪਾਊਂਡ ਆਪਾਂ ਨੂੰ ਲਿਵਿੰਗ ਸੋਰਸ ਤੋਂ ਮਿਲਦੇ ਹਨ, ਉਹਨਾਂ ਨੂੰ ਆਪਾਂ ਆਰਗੈਨਿਕ ਕੰਪਾਊਂਡ ਆਖਦੇ ਹਾਂ। ਫਾਰ ਐਗਜ਼ਾਮਪਲ ਆਇਲਸ, ਫੈਟ, ਪ੍ਰੋਟੀਨ, ਕਾਰਬੋਹਾਈਡਰੇਟਸ ਆਦਿ। ਇਨਆਰਗੈਨਿਕ ਕੰਪਾਊਂਡਸ, the compounds which are obtained from minerals and rocks are called inorganic compounds। ਜਾਂ ਫਿਰ ਆਪਾਂ ਆਖ ਸਕਦੇ ਹਾਂ ਉਹ ਕੰਪਾਊਂਡ ਜੋ ਕਿ ਨੌਨ ਲਿਵਿੰਗ ਸੋਰਸ ਤੋਂ ਮਿਲਦੇ ਹਨ, ਉਹਨਾਂ ਨੂੰ ਆਪਾਂ ਇਨਆਰਗੈਨਿਕ ਕੰਪਾਊਂਡ ਆਖਦੇ ਹਾਂ। ਉਦਾਹਰਨ ਦੇ ਤੌਰ 'ਤੇ कॉमन साल्ट, NaCl मतलब नमक, मार्बल आदि। अगे है मिक्सचर। मिक्सचर भी एक प्योर सबसटेंस है, पर कंपाउंड तो थोड़ा जा अलग है। ਆਪਾਂ ਮਿਕਸਚਰ ਦੀ ਡੈਫੀਨੇਸ਼ਨ ਕਰਦੇ ਹਾਂ। ए प्योर substance containing two or more elements combined together in any ratio by weight are called mixtures। दो ਜਾਂ ਦੋ ਤੋਂ ਵੱਧ ਐਲੀਮੈਂਟ ਕੰਬਾਈਨ ਕਰਦੇ ਨੇ ਇਨ ਐਨੀ ਰੇਸ਼ੋ ਬਾਏ ਵੇਟ ਆਰ ਕਾਲਡ ਮਿਕਸਚਰ। ਕੰਪਾਊਂਡ ਦੇ ਵਿੱਚ ਕੀ ਸੀ, ਕੰਬਾਈਨ ਉੱਥੇ ਵੀ ਕਰਦੇ ਸੀ, ਬਟ ਉੱਥੇ ਕੀ ਸੀ, ਜਿਹੜੀ ਉਹਨਾਂ ਦੇ ਮਾਸ ਦੀ ਰੇਸ਼ੋ ਸੀ ਉਹ ਕੀ ਸੀ, ਫਿਕਸ ਸੀ। ਬਟ ਇਨ ਕੇਸ ਆਫ ਮਿਕਸਚਰ ਉਹਨਾਂ ਦੀ ਜਿਹੜੀ ਰੇਸ਼ੋ ਹੈ ਉਹ ਕੀ ਹੈ, ਵੇਰੀ ਕਰਦੀ ਹੈ। ਇੱਕ ਡਿਫਰੈਂਸ ਹੋਰ ਹੈ, ਕੰਪਾਊਂਡ ਦੇ ਵਿੱਚ ਜੋ ਕੰਬਾਈਨ ਹੋਣਗੇ ਉਹ ਕੈਮੀਕਲੀ ਕੰਬਾਈਨ ਹੋਣਗੇ। ਮਿਕਸਰ ਦੇ ਵਿੱਚ ਕੰਬਾਈਨ ਹੁੰਦੇ ਤਾਂ ਹੈ, ਬਟ ਐਕਚੁਅਲੀ ਉੱਥੇ ਕੀ ਹੁੰਦਾ ਹੈ, ਕੋਈ ਕੈਮੀਕਲ ਚੇਂਜ ਨਹੀਂ ਹੁੰਦੇ, ਉੱਥੇ ਇਕੱਲੇ ਮਿਕਸ ਹੁੰਦੇ ਆ, ਕੋਈ ਬੌਂਡ ਬ੍ਰੇਕੇਜ ਜਾਂ ਫੋਰਮੇਸ਼ਨ ਨਹੀਂ ਹੋਊਗੀ। ਬਟ ਇਨ ਕੇਸ ਆਫ ਕੰਪਾਊਂਡਸ ਬੌਂਡ ਫੋਰਮੇਸ਼ਨ ਐਂਡ ਬੌਂਡ ਬ੍ਰੇਕੇਜ ਦੋਨੋਂ ਹੋਣਗੇ। ਮਿਕਸਚਰ ਦੀ ਐਗਜ਼ਾਮਪਲ ਕਰੀਏ, ਏਅਰ, ਮਿਲਕ। ਇਸ ਤੋਂ ਇਲਾਵਾ ਬਹੁਤ ਸਾਰੀਆਂ ਐਗਜ਼ਾਮਪਲ ਹੈ, ਤੁਹਾਨੂੰ ਹੋਰ ਵੀ ਐਗਜ਼ਾਮਪਲ ਦਿੰਦੇ ਹਾਂ। ਵਾਟਰ ਦੇ ਵਿੱਚ ਸ਼ੂਗਰ ਡਿਜ਼ੋਲਵ ਕਰਨਾ, ਸ਼ੂਗਰ ਦੀ ਕੁਆਂਟਿਟੀ ਚਾਹੀਦੀ ਥੋੜੀ ਹੋਵੇ, ਚਾਹੀਦੀ ਜ਼ਿਆਦਾ ਹੋਵੇ, ਬਸ ਡਿਜ਼ੋਲਵ ਕਰਨਾ ਹੈ। ਐਂਡ ਰਿਜ਼ਲਟ जो आएगा वो की होगा, मिक्सचर होगा। डजन मैटर वाटर कितना है, शुगर कितनी है। ठीक है, मिक्सचर नूं दो पार्ट दे विच डिवाइड किया गया है,
ਹੋਮੋਜੀਨੀਅਸ ਮਿਕਸਚਰ ਅਤੇ ਹੈਟਰੋਜੀਨੀਅਸ ਮਿਕਸਚਰ। ਹੋਮੋਜੀਨੀਅਸ ਮਿਕਸਚਰ, ਹੋਮੋ मतलब सेम, होमो मतलब सेम, हेट्रो मतलब डिफरेंट। किसी भी मिक्सचर दे विच जेकर कंपोजिशन थ्रू आउट द मिक्सचर सेम आ रही है तो उस मिक्सचर नूं आपां होमोजीनियस मिक्सचर बोलांगे। एग्जाम्पल के तौर पर आपां पानी दे विच खंड घोल ले, खंड घोलन तो बाद जेकर उपर वाले पोर्शन अते नीचे वाले पोर्शन दे विच कंपोजिशन सेम है, मतलब मैं देसी तरीके दे विच तुहानूं दस्सां, जे उपर ते नीचे मिठा सेम है तो उस मिक्सचर नूं आपां की बोलांगे, होमोजीनियस मिक्सचर। इस तरह की मैं एक होर एग्जाम्पल दिना, आपां हुण पानी दे विच सैंड डिजोल्व करती, रेता डिजोल्व करता, जेकर आपां देखिए सैंड उपर वाले पोर्शन दे विच ते नीचे वाले पोर्शन दे विच जे डिफरेंट है, मोस्टली जे आपां उहनूं कुछ टाइम वास्ते रख दिता जाए, सारी सैंड नीचे बैठ जाती है, उपर सैंड घट रह जाती, नीचे ज़्यादा हो जाती है, तो कंपोजिशन चेंज होगी। उपर सैंड घट है, नीचे सैंड ज़्यादा है, तो कंपोजिशन चेंज हो गई। तो इस तरह के मिक्सचर नूं आपां हैट्रोजीनियस मिक्सचर आखदे हां। अज दे वास्ते इन्ना ही सफिशेंट है।